स्टूडेंट आज ਦਾ ਸਾਡਾ ਚੈਪਟਰ ਹੈ ਮਾਈਕਰੋ ਆਰਗੇਨਿਜ਼ਮ फ्रेंड एंड फो। माइक्रो मीन्स बहुत ज़्यादा छोटे, ऑर्गेनिज्म मीन्स लिविंग क्रिएचर, बहुत छोटे लिविंग ऑर्गेनिज्म। फ्रेंड मीन्स दोस्त, फो मतलब दुश्मन। ਇਹ ਜਿਹੜੇ ਮਾਈਕਰੋ ਆਰਗੇਨਿਜ਼ਮ ਨੇ ਇਹ ਸਾਡੇ ਦੋਸਤ ਵੀ ਨੇ ਤੇ ਦੁਸ਼ਮਣ ਵੀ ਨੇ। ਅਸੀਂ ਇਸ ਚੈਪਟਰ ਦੇ ਵਿੱਚ ਪੜਾਂਗੇ। ਮਾਈਕਰੋ ਆਰਗੇਨਿਜ਼ਮ ਜਿਹੜੇ ਹੈ ਉਹ ਅਸੀਂ ਇਸ ਨੂੰ ਸਾਡੇ ਆਲੇ ਦੁਆਲੇ ਬਹੁਤ ਜ਼ਿਆਦਾ ਮਾਈਕਰੋ ਆਰਗੇਨਿਜ਼ਮ ਨੇ, ਇਸ ਨੂੰ ਅਸੀਂ ਨੰਗੀ ਅੱਖ ਦੇ ਨਾਲ ਨਹੀਂ ਦੇਖ ਸਕਦੇ। ਇਸ ਨੂੰ ਦੇਖਣ ਲਈ ਸਾਨੂੰ ਮਾਈਕਰੋਸਕੋਪ ਦੀ ਲੋੜ ਪੈਂਦੀ ਹੈ। ਤੁਸੀਂ ਮਾਈਕਰੋਸਕੋਪ ਆਪਣੀ ਸਕੂਲ ਦੀ ਲੈਬ 'ਚ ਦੇਖਿਆ ਵੀ ਹੋਵੇਗਾ। ਅੱਜ ਅਸੀਂ ਇਹਨਾਂ ਦੀ ਚੈਪਟਰ ਦੀ ਸਲਾਈਡਸ ਦੀ ਹੈਲਪ ਦੇ ਨਾਲ ਪੜਾਂਗੇ। ਮਾਈਕਰੋ ਆਰਗੇਨਿਜ਼ਮ, ਮਾਈਕਰੋ ਮੀਨਸ ਛੋਟੇ, ਜਿਵੇਂ ਦੱਸਿਆ, ਆਰਗੇਨਿਜ਼ਮ ਮਤਲਬ ਲਿਵਿੰਗ ਕ੍ਰੀਏਚਰ। ਇਹ ਬੇਟਾ ਸਾਨੂੰ ਨੰਗੀ ਅੱਖ ਦੇ ਨਾਲ ਨਹੀਂ ਦੇਖ ਸਕਦੇ। ਇਸ ਨੂੰ ਦੇਖਣ ਲਈ ਤੁਸੀਂ ਇਸ ਟਾਈਪ ਦਾ ਜਿਹੜਾ ਮਾਈਕਰੋਸਕੋਪ ਹੈ ਆਪਣੀ ਸਕੂਲ ਦੀ ਲੈਬ 'ਚ ਵੀ ਦੇਖਿਆ ਹੋਵੇਗਾ। ਇਹ ਇੰਨਾ ਜ਼ਿਆਦਾ ਪਾਵਰਫੁਲ ਹੈ। ਇਹ ਜਿਹੜੇ ਤੁਸੀਂ ਸਾਈਟ ਤੇ ਪਿਕਚਰਸ ਦੇਖ ਰਹੇ ਹੋ ਮਾਈਕਰੋ ਆਰਗੇਨਿਜ਼ਮ ਦੀ ਹੈ, ਇਹ ਇਹਨਾਂ ਦੀ ਮਾਈਕਰੋਸਕੋਪਿਕ ਪਿਕਚਰ ਲਈ ਗਈ ਹੈ। ਇਸ ਨੂੰ ਆਪਾਂ ਵਿਦ ਦੀ ਹੈਲਪ ਆਫ ਮਾਈਕਰੋਸਕੋਪ ਹੀ ਦੇ ਸਕਦੇ ਹਾਂ। ਇਹ ਮਾਈਕਰੋ ਆਰਗੇਨਿਜ਼ਮ ਜਿਹੜੇ ਤੁਹਾਨੂੰ ਲੱਗਦਾ ਕਿ ਤੁਹਾਡੇ ਹੱਥ ਸਾਫ਼ ਹੈ, ਪਰ ਅਗਰ ਤੁਸੀਂ ਮਾਈਕਰੋਸਕੋਪ ਦੇ ਅੰਦਰ ਦੇਖੋਗੇ ਤਾਂ ਤੁਹਾਨੂੰ ਉਹਦੇ ਵਿੱਚ ਬਹੁਤ ਸਾਰੇ ਮਾਈਕਰੋ ਆਰਗੇਨਿਜ਼ਮ ਜਿਹੜੇ ਆ ਉਹ ਦੇਖਣ ਨੂੰ ਮਿਲਣਗੇ। ਮਾਈਕਰੋ ਆਰਗੇਨਿਜ਼ਮ ਦੀ ਸਟੱਡੀ ਨੂੰ ਆਪਾਂ ਮਾਈਕਰੋਬਾਇਓਲੋਜੀ ਵੀ ਕਹਿੰਦੇ ਆ। ਔਰ ਉਹਦਾ ਫਾਦਰ ਅਸੀਂ ਇਹਨੂੰ ਲੂਇਸ ਪਾਸਚਰ ਇੱਕ ਗ੍ਰੇਟ ਮੈਨ ਹੈ ਜਿਹਨੇ ਮਾਈਕਰੋ ਆਰਗੇਨਿਜ਼ਮ ਦੇ ਬਾਰੇ ਬਹੁਤ ਸਟੱਡੀ ਕੀਤੀ। ਸਭ ਤੋਂ ਪਹਿਲਾਂ ਜਿਹੜੇ ਮਾਈਕਰੋ ਆਰਗੇਨਿਜ਼ਮ ਨੂੰ ਦੇਖਣ ਲਈ ਇੱਕ ਇਹ ਤੁਸੀਂ ਦੇਖ ਰਹੇ ਹੋ ਇੰਸਟਰੂਮੈਂਟ, ਇਹ ਸਭ ਤੋਂ ਪਹਿਲਾਂ ਜਿਹੜਾ ਹੈ ਮਾਈਕਰੋਸਕੋਪ ਹੈ। ਇਹ ਮਾਈਕਰੋ ਆਰਗੇਨਿਜ਼ਮ ਜਿਹੜੇ ਨੇ ਇਹ ਧਰਤੀ ਤੇ ਸਾਰੇ ਪਾਸੇ ਰਹਿੰਦੇ ਨੇ, ਲੇਕਿਨ ਇਹਨਾਂ ਦੇ ਵਿੱਚ ਕੁਝ ਇਹੋ ਜਿਹੇ ਜਿਹੜੇ ਆਰਗੇਨਿਜ਼ਮ ਹੈ ਤੁਸੀਂ ਨੇਕਡ ਆਈ ਨਾਲ ਦੇਖ ਸਕਦੇ ਹੋ ਔਰ ਕੁਝ ਜਿਹੜੇ ਤੁਸੀਂ ਨੇਕਡ ਆਈ ਦੇ ਨਾਲ ਨਹੀਂ ਦੇਖ ਸਕਦੇ। ਜਿਹੜੇ ਅਸੀਂ ਆਰਗੇਨਿਜ਼ਮ ਨੇਕਡ ਆਈ ਨਾਲ ਨਹੀਂ ਦੇਖ ਸਕਦੇ ਅਸੀਂ ਉਹਨਾਂ ਨੂੰ ਕੀ ਕਹਿੰਦੇ ਆ, ਮਾਈਕਰੋ ਆਰਗੇਨਿਜ਼ਮ। ਇਹ ਕੁਝ ਮਾਈਕਰੋ ਆਰਗੇਨਿਜ਼ਮ ਦੀਆਂ ਮਾਈਕਰੋਸਕੋਪਿਕ ਫੋਟੋਸ ਪਈਆਂ ਨੇ। ਇਹ ਤੁਸੀਂ ਦੇਖ ਰਹੇ ਹੋ, ਇਹਦੇ ਵਿੱਚ ਡਿਫਰੈਂਟ ਸ਼ੇਪਸ ਤੁਹਾਨੂੰ ਦਿਖਾਈਆਂ। ਕੋਈ ਰੋਡ ਸ਼ੇਪਡ ਹੈ, ਕੋਈ ਸਫੈਰੀਕਲ ਸ਼ੇਪ ਦੇ ਵਿੱਚ ਹੈ, ਕੋਈ ਸਿੰਗਲ ਸੈੱਲ ਹੈ, ਕੋਈ ਇਕੱਠੇ ਰਹਿੰਦੇ ਨੇ। ਇਹ ਜਿਹੜੇ ਨੇ ਡਿਫਰੈਂਟ ਟਾਈਪਸ ਦੇ ਆਰਗੇਨਿਜ਼ਮਸ ਨੇ। ਆਰਗੇਨਿਜ਼ਮ ਦੀ ਖੋਜ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਿਹੜੀ ਖੋਜ ਹੋਈ ਸੀਗੀ ਉਹ ਹੋਈ ਸੀਗੀ ਸੈੱਲ ਦੀ, ਕਿਉਂਕਿ ਸਾਡੀ ਜਿਹੜੀ ਬਾਡੀ ਦਾ ਸਭ ਤੋਂ ਸ਼ਾਰਟ ਪਾਰਟ ਜਿਹੜਾ ਹੈਗਾ, ਸਭ ਤੋਂ ਛੋਟਾ ਪਾਰਟ ਜਿਹੜਾ ਹੈਗਾ ਉਹ ਹੈ ਸੈੱਲ। ਉਹਦੀ ਖੋਜ ਰੌਬਰਟ ਹੁਕ ਨੇ 1665 ਦੇ ਵਿੱਚ ਕੀਤੀ ਸੀ। ਸਭ ਤੋਂ ਪਹਿਲਾਂ ਇਹ ਜਿਹੜਾ ਤੁਸੀਂ ਮਾਈਕਰੋਸਕੋਪ ਦੇਖ ਰਹੇ ਹੋ ਇਹ ਐਂਟਨ ਵੈਨ ਲੀeuwenhoek ਨੇ ਇਹਦੀ ਖੋਜ ਕੀਤੀ ਸੀਗੀ। ਔਰ ਉਸ ਤੋਂ ਬਾਅਦ ਸੈੱਲ ਦੀ ਖੋਜ ਹੋਈ। ਸੈੱਲ ਦੀ ਖੋਜ ਤੋਂ ਬਾਅਦ ਐਂਟਨ ਵੈਨ ਲੀeuwenhoek ਨੇ ਦੇ ਡ੍ਰੌਪ ਤੋਂ ਆਰਗੇਨਿਜ਼ਮ ਮਾਈਕਰੋ ਆਰਗੇਨਿਜ਼ਮ ਦੀ ਖੋਜ ਕੀਤੀ, ਜਿਸ ਨੂੰ ਉਸਨੇ ਕੀ ਨਾਮ ਦਿੱਤਾ, ਬੈਕਟੀਰੀਆ। ਅੱਜ ਅਸੀਂ ਪੜਾਂਗੇ ਕਿ ਡਿਫਰੈਂਟ ਟਾਈਪਸ ਦੇ ਮਾਈਕਰੋ ਆਰਗੇਨਿਜ਼ਮ ਕਿਹੜੇ ਨੇ। ਇਹ ਫਸਟ ਹੈ ਬੈਕਟੀਰੀਆ, ਵਾਇਰਸ, ਥਰਡ ਇਜ਼ ਐਲਗੀ, फोर्थ प्रोटोजोआ, फिफ्थ फंजाई। सब तो पहला ਅਸੀਂ ਗੱਲ ਕਰਾਂਗੇ ਬੈਕਟੀਰੀਆ ਦੀ। ਇਹ ਵਾਲਾ ਤੁਸੀਂ ਜਿਹੜਾ ਡਾਇਗਰਾਮ ਦੇਖ ਰਹੇ ਹੋ ਇਹ ਬੈਕਟੀਰੀਆ ਦਾ ਮਾਈਕਰੋਸਕੋਪਿਕ
ਫੋਟੋ ਹੈ ਬੈਕਟੀਰੀਆ ਦੀ। ਬੈਕਟੀਰੀਆ ਜਿਹੜਾ ਹੈ ਇਹ ਯੂਨੀਸੈਲੂਲਰ ਆਰਗੇਨਿਜ਼ਮ ਹੁੰਦੇ ਨੇ ਔਰ ਇਹਨਾਂ ਦਾ ਕੋਈ ਜਿਹੜਾ ਡਿਫਾਈਨ ਵੈਲ ਡਿਫਾਈਨਡ ਨਿਊਕਲੀਅਸ ਨਹੀਂ ਹੁੰਦਾ ਔਰ ਇਹਦੀ ਜਿਹੜੀ ਰੇਂਜ ਹੈ ਉਹ 0. ਮਾਈਕਰੋਨ ਟੂ 100 ਮਾਈਕਰੋਨਸ ਹੁੰਦੀ ਹੈ। ਇਹ ਜਿਹੜਾ ਤੁਸੀਂ ਬੈਕਟੀਰੀਆ ਦਾ ਡਾਇਗਰਾਮ ਦੇਖ ਰਹੇ ਹੋ, ਇਹ ਦੇਖੋ ਫਸਟ ਇੱਕ ਰੋਡ ਸ਼ੇਪ ਦੀ ਤਰ੍ਹਾਂ ਤੁਹਾਨੂੰ ਦਿਖ ਰਿਹਾ ਹੈ ਔਰ ਇਹ ਜਿਹੜਾ ਫਸਟ ਪਾਰਟ ਹੈ ਇਹਦਾ ਆਊਟਰ ਜਿਹੜਾ ਨਜ਼ਰ ਆ ਰਿਹਾ ਹੈ ਇਹ ਕੈਪਸੂਲ ਫਾਰਮ ਦੇ ਵਿੱਚ ਆ ਔਰ ਇਹ ਇਹਨੂੰ ਪ੍ਰੋਟੈਕਟਿਵ ਲੇਅਰ ਪ੍ਰੋਵਾਈਡ ਕਰਦਾ ਹੈ। ਨੈਕਸਟ ਇਜ਼ ਸੈਲ ਵਾਲ, ਯੈਲੋ ਪਾਰਟ ਜਿਹੜਾ ਦਿਖ ਰਿਹਾ ਤੁਹਾਨੂੰ। ਥਰਡ ਗ੍ਰੀਨ ਪਾਰਟ ਜਿਹੜਾ ਹੈ ਉਹ ਪਲਾਜ਼ਮਾ ਮੈਂਬਰੇਨ ਹੈ ਔਰ ਜਿਹੜਾ ਬਲੂ ਪਾਰਟ ਤੁਸੀਂ ਦੇਖ ਰਹੇ ਹੋ ਇਹ ਸਾਈਟੋਪਲਾਜ਼ਮ ਹੈ। ਬਟ ਇਸ ਦੇ ਵਿੱਚ ਤੁਸੀਂ ਕੋਈ ਨਿਊਕਲੀਅਸ ਨਹੀਂ ਦੇਖ ਰਹੇ ਕਿਉਂਕਿ ਇਹਦੇ ਕੋਲ ਵੈਲ ਡਿਫਾਈਨਡ ਨਿਊਕਲੀਅਸ ਨਹੀਂ ਹੁੰਦਾ, ਇਹ ਨਿਊਕਲੀਅਰ ਮੈਂਬਰੇਨ ਹੈ। ਇਹ ਸਫੇਰਿਕਲ ਜਿਹੜੇ ਤੁਸੀਂ ਪਾਰਟ ਦੇਖ ਰਹੇ ਹੋ ਅਸੀਂ ਇਹਨਾਂ ਨੂੰ ਆਪਾਂ ਕੀ ਕਹਿੰਦੇ ਆ ਪਲਾਜ਼ਮੇਟ ਔਰ ਇਹ ਜਿਹੜੇ ਨੀਡਲ ਲਾਈਕ ਸਟਰਕਚਰਸ ਨੇ ਇਹਨਾਂ ਨੂੰ ਆਪਾਂ ਕਹਿੰਦੇ ਆ ਪਿਲਾਈ ਔਰ ਇਹ ਜਿਹੜੀ ਟੇਲ ਟਾਈਪ ਨਜ਼ਰ ਆ ਰਹੀ ਹੈ ਜਿਸ ਨੂੰ ਆਪਾਂ ਕੀ ਕਹਿੰਦੇ ਆ ਬੈਕਟੀਰੀਅਲ ਫਲੈਜੀਅਮ। ਇਹ ਜਿਹੜਾ ਹੈ ਇਹਨੂੰ ਮੂਵ ਕਰਨ ਦੇ ਵਿੱਚ ਕਿਉਂਕਿ ਬੈਕਟੀਰੀਆ ਇੱਕ ਥਾਂ ਤੋਂ ਦੂਜੀ ਥਾਂ ਤੇ ਮੂਵ ਕਰਦਾ ਹੈ, ਇਹ ਉਸ ਨੂੰ ਹੈਲਪ ਕਰਦਾ ਹੈ। ਸੋ ਇਹ ਜਿਹੜੇ ਨੇ ਯੂਨੀਸੈਲੂਲਰ ਨੇ, ਇਹਨਾਂ ਦਾ ਕੋਈ ਵੈਲ ਡਿਫਾਈਨਡ ਨਿਊਕਲੀਅਸ ਨਹੀਂ ਹੈ। ਇਹਨਾਂ ਦਾ ਜਿਹੜਾ ਸਾਈਜ਼ ਹੈ ਉਹ 0.2 ਮਾਈਕਰੋਨ ਟੂ 100 ਮਾਈਕਰੋਨਸ ਹੁੰਦਾ ਹੈ। ਔਰ ਜਿਹੜੇ ਬੈਕਟੀਰੀਆ ਨੇ ਇਹਨਾਂ ਨੂੰ ਆਪਾਂ ਇਹਨਾਂ ਦੀਆਂ 4 ਸ਼ੇਪਸ ਦੇ ਵਿੱਚ ਵੰਡ ਸਕਦੇ ਹਾਂ। ਕੋਕਾਈ ਜਿਹੜਾ ਹੈ ਉਹ ਸਫੇਰਿਕਲ ਸ਼ੇਪ ਹੈ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ B, C, D ਇਹ ਸਾਰੇ ਜਿਹੜੇ ਹੈ ਕੋਕਾਈ ਚ ਆ ਜਾਂਦੇ ਨੇ। ਔਰ ਬੈਸਿਲਸ ਜਿਹੜਾ ਹੈ A ਰੋਡ ਸ਼ੇਪ ਨੂੰ ਆਪਾਂ ਬੈਸਿਲਸ ਕਹਿੰਦੇ ਆ ਔਰ ਸਪਾਇਰਲ ਜਿਹੜੀ ਸ਼ੇਪ ਹੈ ਇਹਨੂੰ ਅਸੀਂ ਸਪਾਇਰਲਮ ਕਹਿੰਦੇ ਆ ਔਰ F ਜਿਹੜਾ ਤੁਸੀਂ ਦੇਖ ਰਹੇ ਹੋ ਇਸ ਨੂੰ ਕੋਮਾ ਸ਼ੇਪ ਜਿਸ ਨੂੰ ਆਪਾਂ ਵਿਬਰਿਓ ਕਹਿੰਦੇ ਆ। ਨੈਕਸਟ ਮਾਈਕਰੋ ਆਰਗੇਨਿਜ਼ਮ ਆ ਗਿਆ ਵਾਇਰਸ। ਬੇਟਾ ਅੱਜ ਕੱਲ ਤੁਸੀਂ ਸਾਰਿਆਂ ਨੇ ਵਾਇਰਸ ਸੁਣਿਆ ਹੋਏਗਾ ਨਾਮ ਕਰੋਨਾ ਵਾਇਰਸ ਔਰ ਤੁਸੀਂ ਦੇਖਿਆ ਇਹਦੀ ਸ਼ੇਪ ਕਰੋਨ ਵਰਗੀ ਹੈ ਜਿਸ ਤਰ੍ਹਾਂ ਸਭ ਨੂੰ ਕਰੋਨਾ ਵਾਇਰਸ ਦੇ ਬਾਰੇ ਪਤਾ ਹੈ। ਇਹ ਸਭ ਤੋਂ ਜ਼ਿਆਦਾ ਛੋਟੇ ਮਾਈਕਰੋ ਆਰਗੇਨਿਜ਼ਮ ਨੇ ਮੀਨਸ ਬੈਕਟੀਰੀਆ, ਪ੍ਰੋਟੋਜ਼ੋਆ, ਫੰਜਾਈ, ਐਲਗੀ ਇਹਨਾਂ ਸਾਰਿਆਂ ਨਾਲੋਂ ਸਭ ਤੋਂ ਛੋਟੇ ਜਿਹੜੇ ਮਾਈਕਰੋ ਆਰਗੇਨਿਜ਼ਮ ਨੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਵਾਇਰਸ। ਇਸ ਕਰਕੇ ਇਹ ਸਿੰਪਲ ਮਾਈਕਰੋਸਕੋਪ ਦੇ ਨਾਲ ਨਹੀਂ ਦੇਖੇ ਜਾ ਸਕਦੇ। ਇਹਨਾਂ ਨੂੰ ਦੇਖਣ ਵਾਸਤੇ ਸਾਨੂੰ ਕਿਹਦੀ ਲੋੜ ਪੈਂਦੀ ਹੈ ਪਾਵਰਫੁਲ ਮਾਈਕਰੋਸਕੋਪ ਦੀ ਔਰ ਇਹ ਹੁਣੇ ਮੈਂ ਦੱਸਿਆ ਦੇ ਆਰ ਦੀ ਸਮਾਲੈਸਟ ਆਫ ਆਲ ਮਾਈਕਰੋ ਆਰਗੇਨਿਜ਼ਮ। ਇਹ ਤੁਸੀਂ ਦੇਖ ਰਹੇ ਹੋ ਕਰੋਨਾ ਵਾਇਰਸ, ਇਹ ਕਿਹਦੇ ਨਾਲ ਮਿਲ ਕੇ ਬਣਿਆ ਨਿਊਕਲੀਕ ਐਸਿਡ ਹੁੰਦਾ ਹੈ ਜਿਹਦੇ ਵਿੱਚ ਕਿਹਦੇ ਨਾਲ ਕਵਰ ਹੁੰਦਾ ਪ੍ਰੋਟੀਨ ਸ਼ੈਲ ਦੇ ਨਾਲ। ਦੇ ਆਰ ਕੰਸੀਡਰਡ ਲਿਵਿੰਗ ਐਂਡ ਨॉन ਲਿਵਿੰਗ। ਹੁਣ ਇਹਨੂੰ ਮੰਨਿਆ ਜਾਂਦਾ ਹੈ ਕਿ ਇਹਨੂੰ ਆਪਾਂ ਲਿਵਿੰਗ ਸੈੱਲ ਕਵਾਂਗੇ ਕਿ ਨॉन ਲਿਵਿੰਗ ਕਵਾਂਗੇ। ਜੇ ਤੇ ਇਹ ਇਕੱਲਾ ਪਿਆ ਰਵੇ ਤਾਂ ਅਸੀਂ ਇਹਨੂੰ ਕਵਾਂਗੇ ਨॉन ਲਿਵਿੰਗ ਕਿਉਂਕਿ ਇਹਨੂੰ ਲਿਵਿੰਗ ਹੋਣ ਲਈ ਇੱਕ ਲਿਵਿੰਗ ਆਰਗੇਨਿਜ਼ਮ ਦੀ ਲੋੜ ਪੈਂਦੀ ਹੈ। ਜਿਵੇਂ ਤੁਸੀਂ ਅੱਜ ਕੱਲ ਸੁਣਦੇ ਹੀ ਹੋ ਕਿ ਜੇ ਕਰੋਨਾ ਵਾਇਰਸ ਕਿਸੇ ਚੀਜ਼ ਤੇ ਜਿਵੇਂ ਅਸੀਂ ਕੋਈ ਸਪੋਜ਼ ਬਾਹਰੋਂ ਸਮਾਨ ਲੈ ਕੇ ਆਨੇ ਆ ਤਾਂ ਪਲਾਸਟਿਕ ਜਾਂ ਸਟੀਲ ਦੇ ਜੇ ਉੱਥੇ 2 ਜਾਂ 3 ਦਿਨ ਤੱਕ ਇਹ ਜਿਹੜਾ ਵਾਇਰਸ ਰਹਿੰਦਾ ਹੈ, ਅਗਰ ਉਸ ਚੀਜ਼ ਦੇ ਉਸ ਸਟੀਲ ਜਾਂ ਉਸ ਪਲਾਸਟਿਕ ਦੇ ਲਿਫਾਫੇ ਦੇ ਕੰਟੈਕਟ ਦੇ ਵਿੱਚ ਕੋਈ ਲਿਵਿੰਗ ਸੈੱਲ ਆ ਜਾਏ ਤੇ ਉੱਥੇ ਗਰੋ ਕਰਨਾ ਸ਼ੁਰੂ ਕਰ ਦਿੰਦਾ ਕਿਉਂਕਿ ਇਹਦਾ ਕੋਈ ਆਪਣਾ ਮੈਟਾਬੋਲਿਜ਼ਮ ਨਹੀਂ ਹੈ। ਇਹ ਕਿਹਦੇ ਤੇ ਡਿਪੈਂਡ ਕਰਦਾ ਹੈ ਅਦਰ ਲਿਵਿੰਗ ਆਰਗੇਨਿਜ਼ਮ ਤੇ। ਜੇ ਇਹ ਇਕੱਲਾ ਪਿਆ ਰਵੇ ਤਾਂ ਅਸੀਂ ਇਹਨੂੰ ਨॉन ਲਿਵਿੰਗ ਚ ਕੰਸੀਡਰ ਕਰਾਂਗੇ। ਜੇ ਕਿਸੇ ਦੇ ਕੰਸਰਨ ਚ ਆ ਜਾਏ, ਕਿਸੇ ਦੀ ਬਾਡੀ ਦੇ ਵਿੱਚ ਚਲਾ ਜਾਵੇ, ਫਿਰ ਇਹਨੂੰ ਆਪਾਂ ਕਵਾਂਗੇ ਲਿਵਿੰਗ। ਔਰ ਦੇ ਕਾਜ਼ ਮੈਨੀ ਡਿਜ਼ੀਜ਼ਸ। ਇਹ ਬਹੁਤ ਸਾਰੀਆਂ ਡਿਜ਼ੀਜ਼ਸ
ਜਿੱਦਾਂ ਹੁਣ ਤਾਂ ਕਰੋਨਾ ਵਾਇਰਸ ਬਾਰੇ ਤੁਸੀਂ ਪੜ੍ਹਿਆ, ਪਰ ਥੋੜੀ ਦੇਰ ਪਹਿਲਾਂ ਤੁਸੀਂ ਨਾਮ ਸੁਣਦੇ ਆਏ ਹੋ ਕਲਾਸਿਸ ਦੇ ਵਿੱਚ, ਇੱਕ ਏਡਸ ਨਾਮ ਦੀ ਬਿਮਾਰੀ। ਏਡਸ ਨਾਮ ਦੀ ਬਿਮਾਰੀ ਬੇਟਾ ਕਿਹਦੇ ਨਾਲ ਹੁੰਦੀ ਹੈ? HIV ਵਾਇਰਸ। HIV ਕੀ ਹੈ? ਪੂਰਾ ਨਾਮ ਕੀ ਇਹਦਾ? ਹਿਊਮਨ ਅਮੀਨੋ ਵਾਇਰਸ। ਇਹ ਜਿਹੜਾ ਹੈ ਸਟਰਕਚਰ ਤੁਸੀਂ ਦੇਖ ਰਹੇ ਹੋ, ਇਹ ਕਿਹਦਾ ਸਟਰਕਚਰ ਹੈ? ਇਹ HIV ਵਾਇਰਸ ਦਾ। ਇਹ ਜਿਹੜੇ ਵਾਇਰਸ ਹੈ, they appear to be plants but they do not have leaves, roots। ਇਹ ਦਿਖਣ ਨੂੰ ਤਾਂ ਪਲਾਂਟਸ ਦੀ ਤਰ੍ਹਾਂ ਨਜ਼ਰ ਆਉਂਦੇ ਨੇ, ਪਰ ਇਹਨਾਂ ਦੇ ਵਿੱਚ ਪਲਾਂਟਸ ਦੀ ਤਰ੍ਹਾਂ ਨਾ ਲੀਵਸ ਹੈ ਨਾ ਰੂਟਸ ਹੈ। ਸੋ ਅਸੀਂ ਇਹਨਾਂ ਨੂੰ ਕੀ ਕਵਾਂਗੇ? ਨੌਨ ਗ੍ਰੀਨ ਪਲਾਂਟਸ। ਜੇ ਨੌਨ ਗ੍ਰੀਨ ਪਲਾਂਟਸ ਹੈ ਤਾਂ ਫਿਰ ਇਹ ਆਪਣਾ ਖਾਣਾ ਖੁਦ ਨਹੀਂ ਬਣਾ ਸਕਦੇ, ਤੇ ਇਹ ਕੀ ਕਰਨਗੇ? ਕਿਸੇ ਤੇ ਡਿਪੈਂਡ ਕਰਨਗੇ। ਜਿਸ ਤਰ੍ਹਾਂ ਇਹਨਾਂ ਨੂੰ ਫਿਰ ਆਪਾਂ ਕੀ ਕਵਾਂਗੇ? ਹੈਟਰੋਟ੍ਰੋਫਿਕ। ਜਿਵੇਂ ਕਰੋਨਾ ਵਾਇਰਸ, ਇਹਦੀ ਆਪਣੀ ਕੋਈ ਅਣਹੋਂਦ ਨਹੀਂ ਹੈ, ਇਹ ਦੂਜੇ ਦੇ ਅੰਦਰ ਜਾ ਕੇ ਜਾਂਦਾ, ਅੰਦਰ ਪਲਦਾ, ਉੱਥੇ ਜਾ ਕੇ ਆਪਣੇ ਵਰਗੇ ਸੈੱਲ ਹੋਰ ਬਣਾਉਂਦਾ, ਉੱਥੇ ਜਾ ਕੇ ਆਪਣੇ ਵਰਗੇ ਹੋਰ ਵਾਇਰਸ ਜਿਹੜਾ ਆ ਉਹਦੇ ਚ ਵਾਧਾ ਕਰਦਾ ਹੈ। ਇਹ ਕਿਹੜੇ ਹੁੰਦੇ ਨੇ? ਦੇ ਆਰ ਪੈਰਾਸਾਈਟ। ਦੇ ਮੇ ਬੀ ਯੂਨੀਸੈਲਰ। ਇਹ ਸਿੰਗਲ ਸੈੱਲ ਵੀ ਹੁੰਦੇ ਹਨ। ਸੋ ਇਹਦੀ ਹੋਰ ਐਗਜ਼ਾਮਪਲ ਹੈ ਪੋਲੀਓ ਵਾਇਰਸ। ਪੋਲੀਓ ਬਾਰੇ ਤਾਂ ਤੁਸੀਂ ਸੁਣਿਆ। ਟਬਾਕੋ ਮੋਜ਼ੈਕ ਵਾਇਰਸ। ਇਹ ਵਾਇਰਸ ਜਿਹੜਾ ਹੈ ਪਲਾਂਟਸ ਦੇ ਵਿੱਚ ਹੁੰਦਾ ਹੈ। ਨੈਕਸਟ ਆ ਗਿਆ ਫੰਜਾਈ। ਫੰਜਾਈ, ਇਹਦੇ ਵਿੱਚ ਤੁਹਾਨੂੰ ਇੱਕ ਨਜ਼ਰ ਆ ਰਹੀ ਚੀਜ਼ ਮਸ਼ਰੂਮ। ਮਸ਼ਰੂਮ ਕਿਹਦੀ ਐਗਜ਼ਾਮਪਲ ਹੈ? ਫੰਜਾਈ ਦੀ। ਫੰਜਾਈ ਜਿਹੜੇ ਹੈ they appear to be plants but they do not have leaves, roots। ਇਹ ਦੇਖਣ ਨੂੰ ਤਾਂ ਪਲਾਂਟਸ ਦੇ ਵਰਗੇ ਹੁੰਦੇ ਨੇ, ਪਰ ਨਾ ਤਾਂ ਇਹਨਾਂ ਦੀਆਂ ਰੂਟਸ ਹੁੰਦੀਆਂ ਹੈ, ਨਾ ਹੀ ਇਹ ਲੀਵਸ ਹੁੰਦੇ ਨੇ। ਇਹ ਕੀ ਨੇ? ਨੌਨ ਗ੍ਰੀਨ ਪਲਾਂਟਸ। ਜੇ ਨੌਨ ਗ੍ਰੀਨ ਪਲਾਂਟਸ ਹੈ ਫਿਰ ਇਹ ਆਪਣਾ ਖਾਣਾ ਖੁਦ ਨਹੀਂ ਬਣਾਉਣਗੇ, ਤਾਂ ਇਹਨਾਂ ਨੂੰ ਆਪਾਂ ਕੀ ਕਵਾਂਗੇ? ਹੈਟਰੋਟ੍ਰੋਫਿਕ। ਹੈਟਰੋਟ੍ਰੋਫਿਕ। ਜੇ ਇਹ ਹੈਟਰੋਟ੍ਰੋਫਿਕ ਹੈ ਤਾਂ ਫਿਰ ਦੇ ਆਰ ਪੈਰਾਸਾਈਟ ਔਰ ਦੇ ਮੇ ਬੀ ਯੂਨੀਸੈਲਰ। ਇਹ ਫੰਜਾਈ, ਸਾਰੀਆਂ ਫੰਜਾਈ ਨਹੀਂ ਐਡੀਬਲ ਹੁੰਦੀਆਂ। ਇਹਨਾਂ ਵਿੱਚੋਂ ਕੁਝ ਜਿਹੜੀ ਅਸੀਂ, ਜਿਸ ਤਰ੍ਹਾਂ ਮਸ਼ਰੂਮ ਹੈ, ਉਹ ਅਸੀਂ ਇਹਨੂੰ ਖਾਣ ਦੇ ਵਿੱਚ ਇਸਤੇਮਾਲ ਕਰ ਸਕਦੇ ਹਾਂ। ਹੋਰ ਇਹਦੀਆਂ ਐਗਜ਼ਾਮਪਲਸ ਆ, ਜਿਸ ਤਰ੍ਹਾਂ ਤੁਸੀਂ ਇਹ ਬ੍ਰੈਡ ਦੇਖ ਰਹੇ ਹੋ। ਬ੍ਰੈਡ ਦੇ ਉੱਤੇ ਖਾਸ ਕਰਕੇ ਬਰਸਾਤ ਦੇ ਦਿਨਾਂ ਵਿੱਚ ਬਹੁਤ ਜਲਦੀ ਬ੍ਰੈਡ ਦੇ ਉੱਤੇ ਗ੍ਰੀਨ ਆ ਜਾਂਦਾ। ਇਹ ਜਿਹੜੀ ਕੀ ਆ ਜਾਂਦੀ ਹੈ? ਫੰਗਸ ਜਾਂ ਫੰਜਾਈ ਔਨ ਬ੍ਰੈਡ। ਇਹ ਅਗਰ ਅਸੀਂ ਇਹਦਾ ਮਾਈਕਰੋਸਕੋਪ ਦੇ ਵਿੱਚ ਦੇਖੀਏ ਤਾਂ ਸਾਨੂੰ ਇਸ ਤਰ੍ਹਾਂ ਦੀਆਂ ਨਜ਼ਰ ਆਏਗਾ। ਔਰ ਇਹ ਹੋਰ ਐਗਜ਼ਾਮਪਲ ਹੈ ਇਹਦੀ ਐਸਪਰਜਿਲਸ। ਇਹ ਇਹਦੀ ਐਗਜ਼ਾਮਪਲ ਹੈ। ਫੋਰਥ ਜਿਹੜਾ ਮਾਈਕਰੋ ਆਰਗੇਨਿਜ਼ਮ ਹੈ ਉਹਦਾ ਨਾਮ ਹੈ ਪ੍ਰੋਟੋਜ਼ੋਆ। ਪ੍ਰੋਟੋਜ਼ੋਆ ਵੀ ਕੀ ਨੇ? ਯੂਨੀਸੈਲੂਲਰ। ਦੇ ਆਰ ਮੋਸਟਲੀ ਐਕੁਆਟਿਕ। ਮੋਸਟਲੀ ਐਕੁਆਟਿਕ ਮਤਲਬ ਜਿਹੜੇ ਪਾਣੀ ਦੇ ਵਿੱਚ ਸਾਨੂੰ ਮਿਲਣਗੇ। ਦੇ ਆਰ ਸੋਲਿਟਰੀ ਔਰ ਕਲੋਨੀਅਲ। ਜਿਹੜੇ ਅਸੀਂ ਕਹਿ ਸਕਦੇ ਹਾਂ ਇਕੱਲੇ ਵੀ ਰਹਿੰਦੇ ਨੇ ਜਾਂ ਕਲੋਨੀਜ਼ ਦੇ ਵਿੱਚ ਇਕੱਠੇ ਹੋ ਕੇ ਰਹਿੰਦੇ ਨੇ, ਉਹਨਾਂ ਨੂੰ ਆਪਾਂ ਕਿਹੜੇ ਮਾਈਕਰੋ ਆਰਗੇਨਿਜ਼ਮ ਕਵਾਂਗੇ? ਉਹ ਕਿਹੜੀ ਕੈਟਾਗਰੀ ਚ ਆਣਗੇ? ਪ੍ਰੋਟੋਜ਼ੋਆ ਦੀ। ਐਗਜ਼ਾਮਪਲ ਤੁਸੀਂ ਬਹੁਤ ਛੋਟੀਆਂ ਕਲਾਸਾਂ 'ਚ ਵੀ ਪੜਿਆ ਹੋਏਗਾ, ਅਮੀਬਾ। ਔਰ ਇਹਦੀ ਐਗਜ਼ਾਮਪਲ ਕੀ ਹੈ? ਪੈਰਾਮੀਸ਼ੀਅਮ। ਨੈਕਸਟ ਆ ਗਿਆ ਐਲਗੀ। ਐਲਗੀ ਤੁਸੀਂ ਬੱਚੇ ਦੇਖਿਆ ਹੋਏਗਾ, ਜਿੱਥੇ ਪਾਣੀ ਬਹੁਤ ਦੇਰ ਤੱਕ ਖੜਾ ਰਹਿੰਦਾ ਹੈ, ਕੋਈ ਪਾਣੀ ਦੀ ਚਲਾਈ ਨਹੀਂ ਹੁੰਦੀ, ਉੱਥੇ ਪਾਣੀ ਦੇ ਉੱਪਰ ਇੱਕ ਗ੍ਰੀਨ ਕਲਰ ਦਾ ਜੰਮਣਾ ਸ਼ੁਰੂ ਹੋ ਜਾਂਦਾ ਹੈ, ਜਿਸ ਨੂੰ ਆਪਾਂ ਕੀ ਕਹਿੰਦੇ ਆ? ਐਲਗੀ। ਔਰ ਇਹਨੂੰ ਅਸੀਂ ਕਾਈ ਵੀ ਕਹਿੰਦੇ ਆ। ਇਹ ਸਿੰਪਲ ਨॉन फ्लावरिंग एंड टिपिकली एक्वेटिक प्लांट है और ਇਹ ਸਿੰਗਲ ਸੈੱਲ ਜਿਹੜੇ ਹੈ ਹੁੰਦੇ ਨੇ।
ਗ੍ਰੀਨ ਕਲਰ ਕਿਹਦੇ ਕਰਕੇ ਆਇਆ? ਕਲੋਰੋਫਿਲ ਕਰਕੇ। ਐਲਗੀ ਦੇ ਵਿੱਚ ਕੀ ਹੈ? ਕਲੋਰੋਫਿਲ। ਪਰ ਇਹਨਾਂ ਵਿੱਚ ਕੀ ਨਹੀਂ ਹੁੰਦਾ? ਇਹਨਾਂ ਵਿੱਚ ਨਾ ਸਟੈਮਸ ਹੁੰਦੀਆਂ ਨੇ, ਨਾ ਰੂਟਸ ਹੁੰਦੇ ਆ, ਨਾ ਲੀਵਸ ਹੁੰਦੇ, ਨਾ ਵਸਕੂਲਰ ਟਿਸ਼ੂ। ਵਸਕੂਲਰ ਟਿਸ਼ੂ ਮਤਲਬ ਜ਼ਾਈਲਮ ਤੇ ਫਲੋਇਮ ਜਿਹੜੇ ਆ ਇਹਦੇ ਵਿੱਚ ਨਹੀਂ ਹੁੰਦੇ। ਇਹਦੀ ਐਗਜ਼ਾਮਪਲ ਆ ਗਈ ਕਲਾਈਮੋਡੋਮੋਨਾਸ ਔਰ ਸਪਾਇਰੋਗੈਰਾ। ਐਗਜ਼ਾਮਪਲ ਕਿਹਦੀ ਹੈ? ਐਲਗੀਜ਼ ਦੀ। ਸੋ ਬੱਚਿਓ, ਤੁਸੀਂ 5 ਤਰ੍ਹਾਂ ਦੇ ਆਰਗੇਨਿਜ਼ਮ ਦੇ ਬਾਰੇ ਪੜ੍ਹਿਆ। ਕਿਹੜੇ ਕਿਹੜੇ? ਬੈਕਟੀਰੀਆ, ਵਾਇਰਸ, ਫੰਜਾਈ, ਪ੍ਰੋਟੋਜ਼ੋਆ, ਐਲਗੀ। ਹੁਣ ਗੱਲ ਕਰਨੀ ਹੈ ਕਿ ਇਹ ਜਿਹੜੇ ਆਰਗੇਨਿਜ਼ਮ ਹੈ ਇਹ ਰਹਿੰਦੇ ਕਿੱਥੇ ਨੇ? ਇਹ ਵੈਸੇ ਸਾਰੇ ਆਲੇ ਦੁਆਲੇ, ਤੁਹਾਡੇ ਆਲੇ ਦੁਆਲੇ ਸਭ ਜਗ੍ਹਾ ਤੇ ਇਹ ਰਹਿੰਦੇ ਨੇ ਔਰ ਇਹ ਹਰ ਤਰ੍ਹਾਂ ਦੀ ਇਨਵਾਇਰਮੈਂਟਲ ਕੰਡੀਸ਼ਨ ਦੇ ਵਿੱਚ ਰਹਿ ਸਕਦੇ ਨੇ। ਬਹੁਤ ਠੰਡੇ ਏਰੀਆ ਦੇ ਵਿੱਚ ਜਾਂ ਬਹੁਤ ਗਰਮ ਏਰੀਆ ਦੇ ਵਿੱਚ ਜਾਂ ਡੈਜ਼ਰਟ ਦੇ ਵਿੱਚ ਜਾਂ ਮਾਰਸ਼ੀ ਲੈਂਡਸ ਦੇ ਵਿੱਚ ਇਹ ਉੱਥੇ ਸਰਵਾਈਵ ਕਰ ਸਕਦੇ ਨੇ ਔਰ ਇਹ ਹਿਊਮਨ ਦੀ ਬਾਡੀ ਦੇ ਅੰਦਰ ਵੀ ਸਾਨੂੰ ਮਿਲਦੇ ਨੇ। ਇਹ ਜਿਹੜੇ ਆਰਗੇਨਿਜ਼ਮ ਨੇ ਕੁਝ ਤਾਂ ਇਕੱਲੇ ਰਹਿੰਦੇ ਨੇ, ਕੁਝ ਦੂਸਰੇ ਆਰਗੇਨਿਜ਼ਮ ਤੇ ਰਹਿੰਦੇ ਨੇ ਔਰ ਇਹ ਕੁਝ ਜਿਹੜੇ ਨੇ ਕਲੋਨੀਜ਼ ਦੇ ਵਿੱਚ ਰਹਿੰਦੇ ਨੇ, ਮੀਨਸ ਇਕੱਠੇ ਹੋ ਕੇ ਰਹਿੰਦੇ ਨੇ।